ਉਨੇ ਦਿਨ ਹੀ ਅੰਮ੍ਰਿਤਾ ਪ੍ਰੀਤਮ ਅੰਮ੍ਰਿਤ ਕੌਰ ਹੁੰਦੀ ਸੀ। 1943 ਵਿੱਚ ਫੱਗਣ ਦੇ ਸਾਲਾਨਾ ਮੇਲੇ ਉੱਤੇ ਮੈਂ ਪ੍ਰੀਤਨਗਰ ਗਿਆ ਸਾਂ। ਲੰਗਰ ਦੇ ਬਾਹਰ ਨਵਤੇਜ ਮਿਲਿਆ ਤਾਂ ਉਸਨੇ ਖਬਰ ਸੁਣਾਈ, ਇਸ ਵਾਰੀ ਕਵੀ ਦਰਬਾਰ ਚੰਗਾ ਰਹੇਗਾ, ਅੰਮ੍ਰਿਤ ਕੌਰ ਵੀ ਆਈ ਹੋਈ ਹੈ। ਅੰਮ੍ਰਿਤ ਕੌਰ ਕੌਣ? ਮੈਂ ਪੁੱਛਿਆ। ਬਹੁਤ ਸੋਹਣੀ ਕੁੜੀ ਹੈ ਤੇ ਬਹੁਤ ਵਧੀਆ ਕਵਿਤਾ ਲਿਖਦੀ ਹੈ, ਨਵਤੇਜ ਨੇ ਮੋਟੇ ਸ਼ੀਸ਼ਿਆਂ ਦੀ ਐਨਕ ਵਿੱਚੋਂ ਅੱਖਾਂ ਝਪਕ ਕੇ ਆਖਿਆ। ਸੋਹਣੀਆਂ ਕੁੜੀਆਂ ਘੱਟ ਹੀ ਸੋਹਣੀ ਕਵਿਤਾ ਲਿਖਦੀਆਂ ਹਨ, ਮੈਂ ਆਪਣਾ ਸ਼ੰਕਾ ਦੱਸਿਆ। ਨਵਤੇਜ ਬੋਲਿਆ, ਪਰ ਅੰਮ੍ਰਿਤ ਤਾਂ ਕਮਾਲ ਹੈ, ਇਸ ਵੇਲੇ ਦਾਰਜੀ ਕੋਲ ਬੈਠੀ ਹੈ, ਹੁਣੇ ਇੱਧਰ ਆਈ ਤਾਂ ਤੈਨੂੰ ਮਿਲਾਵਾਂਗਾ। ਪ੍ਰੀਤ ਲੜੀ ਵਿੱਚ ਉਸ ਦੀਆਂ ਕਵਿਤਾਵਾਂ ਅਕਸਰ ਛਪਦੀਆਂ ਹਨ, ਜਜ਼ਬਿਆਂ ਸਿੰਮੀਆਂ, ਪਿਆਰ ਸਦਰਾਂ ਨਾਲ ਡੱਕੀਆਂ ਹੋਈਆਂ ਸੋਹਣੀਆਂ ਕਵਿਤਾਵਾਂ। ਖੁਦ ਵੀ ਬਹੁਤ ਸੋਹਣੀ ਹੈ। ਅੰਮ੍ਰਿਤ ਮਿਲੀ, ਉਸ ਅੱਖਾਂ ਵਿੱਚ ਕੱਜਲ ਪਾਇਆ ਹੋਇਆ ਸੀ, ਜਿਸ ਦੇ ਕਾਲੇ ਡੋਰੇ ਕੰਨਾਂ ਤੀਕ ਜਾਂਦੇ ਸਨ। ਬੁੱਲ ਪਤਲੇ, ਦਰਮਿਆਨਾ ਕੱਦ, ਉਸ ਦੇ ਚਿਹਰੇ ਉੱਤੇ ਇੱਕ ਚੇਤਨ ਜਨਾਨੀ ਦਾ ਨਖਰਾ ਸੀ, ਜਿਸ ਨੂੰ ਲੋਕਾਂ ਸੋਹਣੀ ਸੋਹਣੀ ਆਖ ਕੇ ਚੰਬਲਾ ਰੱਖਿਆ ਹੋਵੇ। ਮੈਂ ਆਖਿਆ, ਬਈ ਨਵਤੇਜ, ਮੈਨੂੰ ਤਾਂ ਇਹ ਕੁੜੀ ਕੋਈ ਸੋਹਣੀ ਨਹੀਂ ਲੱਗੀ। ਕਿਉਂ? ਬਹੁਤ ਆਮ ਜਿਹੀ ਹੈ। ਤਰਕਾਲੀ ਕਵੀ ਦਰਬਾਰ ਸੀ, ਬਹੁਤ ਸਾਰੇ ਕਵੀਆਂ ਨੇ ਆਪਣੀ ਆਪਣੀ ਕਵਿਤਾ ਪੜ੍ਹੀ। ਅੰਮ੍ਰਿਤਾ ਨੇ ਬੰਗਾਲ ਦੇ ਕਾਲ ਉੱਤੇ ਇੱਕ ਨਜ਼ਮ ਪੜ੍ਹੀ, ਕਿੰਨਾ ਕੁਝ ਫਾਲਤੂ। ਉਸਨੇ ਬੜੀ ਅਦਾ ਨਾਲ ਇਹ ਕਵਿਤਾ, ਜੋ ਛੰਦਾਬੰਦੀ ਦੀ ਕੈਦ ਤੋਂ ਆਜ਼ਾਦ ਸੀ, ਸੁਣਾਈ। ਲੋਕਾਂ ਤਾੜੀਆਂ ਮਾਰੀਆਂ। ਨਵਤੇਜ ਮੇਰੇ ਕੋਲ ਹੀ ਬੈਠਾ ਸੀ। ਮੈਂ ਉਸ ਵੱਲ ਤੱਕਿਆ ਤੇ ਆਖਿਆ, ਬੜੀ ਬਨਾਵਟ ਹੈ ਇਸ ਕਵਿਤਾ ਵਿੱਚ, ਮੈਨੂੰ ਤਾਂ ਉੱਕਾ ਚੰਗੀ ਨਹੀਂ ਲੱਗੀ। ਨਵਤੇਜ ਬੋਲਿਆ, ਬੰਗਾਲ ਦੇ ਮਹਾਕਾਲ ਉੱਤੇ ਹੈ। ਮੈਂ ਆਖਿਆ, ਮਹਾਕਾਲ ਉੱਤੇ ਲਿਖਣ ਨਾਲ ਕੋਈ ਮਹਾਕਵਿਤਾ ਨਹੀਂ ਬਣ ਜਾਂਦੀ। ਮੈਨੂੰ ਤਾਂ ਇਹ ਬਹੁਤ ਓਪਰੀ ਤੇ ਫਾਲਤੂ ਜਾਪੀ। ਦਿਲ ਉੱਤੇ ਇਸ ਕੋਈ ਝਰੀਟ ਨਹੀਂ ਪਾਈ। ਪ੍ਰੀਤਨਗਰ ਜਿਸ ਕਿਸੇ ਨੂੰ ਵੇਖਿਆ ਅੰਮ੍ਰਿਤਾ ਦੇ ਗੁਣ ਗਾ ਰਿਹਾ ਸੀ, ਜਿਵੇਂ ਕੋਈ ਚਾਹ ਦੀ ਪਿਆਲੀ ਵਿੱਚ ਗੁੜ ਦੀ ਪੂਰੀ ਭੇਲੀ ਘੋਲ ਦੇਵੇ, ਇਸੇ ਤਰ੍ਹਾਂ ਦੀ ਇਹ ਤਾਰੀਫ ਸੀ। ਮੈਨੂੰ ਸਗੋਂ ਇਸ ਨਾਲ ਕੁਝ ਚਿੜ ਜਿਹੀ ਹੋ ਗਈ। ਦੂਜੇ ਦਿਨ ਅੰਮ੍ਰਿਤਾ ਨੇ ਆਪਣੀ ਕਿਤਾਬ ਬੱਦਲਾਂ ਦੇ ਪੱਲੇ ਵਿੱਚ ਮੈਨੂੰ ਵਿਖਾਈ। ਇੱਕ ਸਫ਼ੇ ਉੱਤੇ 4-4 ਸਤਰਾਂ। ਜੰਗ ਦਾ ਜ਼ਮਾਨਾ ਸੀ, ਕਾਗਜ਼ ਦਾ ਕਾਲ ਸੀ, ਦੂਨੇ ਤੀਨੇ ਪੈਸਿਆਂ ਉੱਤੇ ਵੀ ਨਹੀਂ ਸੀ ਲੱਭਦਾ। ਮੋਟਾ ਐਂਟੀ ਕਾਗਜ਼ ਵਰਤ ਕੇ ਅੱਗਿਓਂ ਪਿੱਛਿਓਂ ਕਾਫੀ ਚੌੜੇ ਹਾਸ਼ੀਏ ਛੱਡ ਉਸ ਕਵਿਤਾਵਾਂ ਦੀ ਇੱਕ ਕਿਤਾਬ ਤਿਆਰ ਕੀਤੀ ਸੀ। ਮੈਂ ਸਫ਼ੇ ਪਰਤਦਿਆਂ ਆਖਿਆ, ਕਿੰਨਾ ਕੁਝ ਫਾਲਤੂ। ਉਸ ਦੇ ਮੱਥੇ ਉੱਤੇ ਤਿਉੜੀ ਖਿੱਚੀ ਗਈ ਤੇ ਕੱਜਲ ਦੇ ਡੋਰੇ ਹੋਰ ਵੀ ਡੂੰਘੇ ਹੋ ਗਏ। ਮੈਂ ਆਖਿਆ, ਜਿਲਦ ਸੋਹਣੀ ਹੈ, ਕਾਗਜ਼ ਵਧੀਆ ਹੈ, ਪਰ ਕਵਿਤਾਵਾਂ ਬਹੁਤ ਸਾਰੀਆਂ ਦਾ ਵਜ਼ਨ ਡੋਲਦਾ ਹੈ। ਪਰ ਮੈਂ ਤਾਂ ਵਜ਼ਨ ਤੋਂ ਬਗੈਰ ਹੀ ਲਿਖੀਆਂ ਨੇ। ਤੁਹਾਡੀਆਂ ਕਵਿਤਾਵਾਂ ਦਾ ਵਜ਼ਨ ਗਲਤ ਹੈ। ਮੈਂ ਬਹੁਤ ਰੁੱਖੇ ਜਿਹੇ ਲਹਿਜੇ ਵਿੱਚ ਆਖਿਆ। ਕੀ ਤੁਸੀਂ ਕਵਿਤਾ ਲਿਖਦੇ ਹੋ? ਉਸ ਮਿਹਣਾ ਮਾਰਿਆ। ਨਹੀਂ, ਪਰ ਪਰਖਦਾ ਹਾਂ। ਪ੍ਰੀਤ ਲੜੀ ਵਿੱਚ ਤਾਂ ਕਦੇ ਕਿਸੇ ਇਹਨਾਂ ਦੇ ਵਜ਼ਨ ਦੀ ਗਲਤੀ ਨਹੀਂ ਕੱਢੀ। ਮੈਂ ਉੱਤਰ ਦਿੱਤਾ, ਪ੍ਰੀਤ ਲੜੀ ਦੇ ਕਰਤੇ ਧਰਤਿਆਂ ਨੂੰ ਕਵਿਤਾ ਦੇ ਮੀਟਰ ਦੀ ਘੱਟ ਹੀ ਸਮਝ ਹੈ। ਮੈਂ ਨਵਤੇਜ ਨਾਲ ਗੱਲਾਂ ਕੀਤੀਆਂ ਹਨ। ਉਸ ਨੂੰ ਕਵਿਤਾ ਦੇ ਖਿਆਲ ਦੀ ਪਰਖ ਹੈ, ਪਰ ਰੂਪ ਦੀ ਨਹੀਂ। ਤੇ ਖਿਆਲ ਆਪਣੇ ਆਪ ਵਿੱਚ ਕਿੰਨਾ ਹੀ ਮਹਾਨ ਕਿਉਂ ਨਾ ਹੋਵੇ, ਬਗੈਰ ਰੂਪ ਦੇ ਮੂਰਤੀਮਾਨ ਨਹੀਂ ਹੋ ਸਕਦਾ। ਜਿਸ ਕਵਿਤਾ ਦਾ ਵਜ਼ਨ ਗਲਤ ਹੈ, ਉਹ ਉਸ ਘੜੀ ਵਾਂਗ ਹੈ ਜੋ ਸਮਾਂ ਗਲਤ ਦੱਸਦੀ ਹੋਵੇ। ਘੜੀ ਹੈ, ਸੂਈਆਂ ਹਨ, ਚਾਬੀ ਹੈ, ਇਹ ਟਿਕ ਟਿਕ ਵੀ ਕਰਦੀ ਹੈ, ਪਰ ਜਦ ਸਮਾਂ ਹੀ ਗਲਤ ਦੱਸੇ ਤਾਂ ਅਜਿਹੀ ਘੜੀ ਦਾ ਕੀ ਫਾਇਦਾ। ਮੈਂ ਆਪਣੀ ਕਵਿਤਾ ਨੂੰ ਰਵਾਇਤੀ ਵਜ਼ਨਾਂ ਤੇ ਛੰਦਾਂ ਉੱਤੇ ਨਹੀਂ ਢਾਲਦੀ। ਮੈਂ ਨਵੀਆਂ ਬਹਿਰਾਂ ਵਿੱਚ ਤਜਰਬੇ ਕਰ ਰਹੀ ਹਾਂ। ਪਹਿਲਾਂ ਤੁਸੀਂ ਪੁਰਾਣੇ ਬਹਿਰਾਂ ਤੇ ਛੰਦਾਂ ਨੂੰ ਚੰਗੀ ਤਰ੍ਹਾਂ ਗ੍ਰਹਿਣ ਕਰੋ। ਜੋ ਪੁਰਾਣੇ ਛੰਦ ਉੱਤੇ ਪੂਰੀ ਤਰ੍ਹਾਂ ਹਾਵੀ ਨਹੀਂ,
ਉਹ ਨਵੇਂ ਤਜਰਬੇ ਵੀ ਨਹੀਂ ਕਰ ਸਕਦਾ। ਕਿਉਂ? ਮੇਰੀ ਕਵਿਤਾ ਨਵੇਂ ਖਿਆਲਾਂ ਨੂੰ, ਨਵੇਂ ਵਲਵਲਿਆਂ ਨੂੰ ਪ੍ਰਗਟਾਉਂਦੀ ਹੈ, ਇਸ ਲਈ ਇਹਨਾਂ ਦੀ ਚਾਲ ਤੇ ਨੁਹਾਰ ਨਿਵੇਕਲੀ ਹੋਵੇਗੀ। ਤੁਸੀਂ ਅੱਡਰਾ ਵਜ਼ਨ ਚੁਣਦੇ ਹੋ, ਪਰ ਨਿਰਾ ਅੱਡਰਾ ਵਜ਼ਨ ਚੁਣਨ ਨਾਲ ਕਵਿਤਾ ਵਿੱਚ ਉਹ ਗੱਲ ਨਹੀਂ ਆ ਸਕਦੀ ਜਿਹੜੀ ਤੁਸੀਂ ਸੋਚਦੇ ਹੋ। ਤੁਹਾਡੇ ਮੀਟਰ ਵਿੱਚ ਕੱਚਾਪਣ ਹੈ, ਜਿਵੇਂ ਕੱਚੇ ਪਿੱਲੇ ਭਾਂਡੇ ਵਿੱਚ ਹੁੰਦਾ ਹੈ। ਰਤਾ ਕੋ ਟਣਕਾ ਕੇ ਵੇਖੋ ਤਾਂ ਖੜਕਦਾ ਨਹੀਂ। ਜੇ ਮੈਂ ਘੁਮਿਆਰਨ ਦੀ ਇਹ ਤੁਲਨਾ ਜਾਰੀ ਰੱਖਾਂ ਤਾਂ ਇਸ ਤਰ੍ਹਾਂ ਆਖਾਂਗਾ ਕਿ ਤੁਸੀਂ ਚੱਕ ਤੇ ਬੈਠ ਕੇ ਸੰਜਮ ਨਹੀਂ ਕੀਤਾ। ਇਸੇ ਕਰਕੇ ਤੁਹਾਡੀਆਂ ਝੱਜਰੀਆਂ, ਸੁਰਾਈਆਂ ਦੇ ਕੰਢੇ ਟੇਢੇ ਮੇਢੇ ਹਨ। ਇਹਨਾਂ ਵਿੱਚ ਇੱਕ ਨਿਪੁੰਨ ਘੁਮਿਆਰਨ ਦੀਆਂ ਉਂਗਲਾਂ ਦੀ ਛੋਹ ਨਹੀਂ। ਤੁਹਾਡੀ ਕਵਿਤਾ ਦੇ ਸ਼ਬਦ ਇੱਕ ਦੂਜੇ ਨਾਲ ਖਹਿ ਕੇ ਭਖਦੇ ਨਹੀਂ। ਇਹਨਾਂ ਵਿੱਚੋਂ ਚੰਗਿਆੜੇ ਨਹੀਂ ਨਿਕਲਦੇ। ਉਸ ਗੁਰੂਰ ਦੇ ਪੱਲੇ ਵਿੱਚੋਂ ਝਾਕ ਕੇ ਆਖਿਆ, ਚੰਗਿਆੜੇ ਤਾਂ ਨਿਕਲਦੇ ਹਨ, ਪਰ ਮਹਿਸੂਸ ਕਰਨ ਦੀ ਗੱਲ ਹੈ। ਮੈਂ ਵਿਅੰਗ ਨਾਲ ਆਖਿਆ, ਹਾਂ, ਮਹਿਸੂਸ ਕਰਨ ਦੀ। ਉਸ ਫਿਰ ਸਿਰ ਚੁੱਕਿਆ, ਤੁਸੀਂ ਕਵਿਤਾ ਨਾ ਲਿਖਣਾ ਕਦੀ, ਨਹੀਂ ਤਾਂ ਤੁਹਾਡੀ ਕਵਿਤਾ ਦੇ ਚੰਗਿਆੜੇ ਲੋਕਾਂ ਨੂੰ ਸਾੜ ਦੇਣਗੇ। ਜਦ ਨਵਤੇਜ ਆਇਆ ਤਾਂ ਸਾਡੀਆਂ ਗੱਲਾਂ ਵਿੱਚੋਂ ਚੰਗਿਆੜੇ ਨਿਕਲ ਰਹੇ ਸਨ। ਜਿਤਨਾ ਉਹ ਆਪਣੀ ਕਵਿਤਾ ਬਾਰੇ ਸਫਾਈ ਪੇਸ਼ ਕਰਦੀ, ਉਤਨਾ ਜ਼ਿਆਦਾ ਮੈਂ ਤੇਜ਼ ਵਾਰ ਕਰਦਾ। ਉਹ ਰੋਟੀ ਖਾਣ ਚਲੇ ਗਏ। ਮੈਂ ਬਾਹਰ ਬਾਗ ਵਿੱਚ ਟਹਿਲਦਾ ਰਿਹਾ। ਉਨੀ ਦਿਨੀ ਅੰਮ੍ਰਿਤਾ ਬਹੁਤਾ ਕਰਕੇ ਪਿਆਰ ਤਰਾਟ, ਬੱਦਲਾਂ, ਚੰਨ, ਰਾਤ ਦੇ ਕੂਲੇ ਹਨੇਰੇ ਤੇ ਪੌ ਫਟਾਲੇ ਦੇ ਗੀਤ ਗਾਉਂਦੀ ਸੀ। ਅੰਮੜੀ ਦਾ ਵਿਹੜਾ, ਤ੍ਰਿੰਜਣ, ਧੂਆਂ, ਬੁੱਤ ਘਾੜਾ ਸੋਹਣੀਆਂ ਕਵਿਤਾਵਾਂ ਸਨ। ਲੋਕ ਗੀਤਾਂ ਦੇ ਆਧਾਰ ਉੱਤੇ ਲਿਖੀਆਂ ਕੁਝ ਚੀਜ਼ਾਂ ਵਿੱਚ ਆਉਣ ਵਾਲੀ ਕਵਿਤਾ ਦੀਆਂ ਤੁਰੀਆਂ ਫੁੱਟ ਰਹੀਆਂ ਸਨ, ਪਰ ਬਹੁਤਾ ਕਰਕੇ ਉਹ ਕਵਿਤਾ ਦੇ ਰੂਪ ਤੇ ਛੰਦਾਂ ਦੇ ਨਾਜ਼ੁਕ ਮਿਜ਼ਾਜ ਤੋਂ ਗਾਫਲ ਸੀ। ਇਸੇ ਕਰਕੇ ਕਵਿਤਾ ਵਿੱਚ ਝਟਕੇ ਲੱਗਦੇ ਸਨ। ਬਹੁਤ ਸਾਰੇ ਦੋਸਤਾਂ ਸਨੇਹੀਆਂ ਦੀ ਤਵੱਜੋ ਇਹਨਾਂ ਤਰੁੱਟੀਆਂ ਵੱਲ ਨਹੀਂ ਸੀ। ਭੈੜੀ ਕਵਿਤਾ ਵਿੱਚ ਕੋਈ ਸੁੰਦਰ ਬੰਦ ਆ ਜਾਵੇ ਤਾਂ ਉਹ ਚਮਕਦਾ ਹੈ। ਚੰਗੀ ਕਵਿਤਾ ਵਿੱਚ ਭੈੜੇ ਬੰਦ ਰੜਕਦੇ ਹਨ। ਮੈਂ ਅਮਰਤਾ ਨਾਲ ਇਸ ਰੜਕ ਦੀਆਂ ਰੜਕਾਂ ਕੱਢੀਆਂ। ਇਹ ਮੇਰੀ ਪਹਿਲੀ ਮੁਲਾਕਾਤ ਸੀ। ਇਸ ਤੋਂ ਪਿੱਛੋਂ ਬਹੁਤ ਮੁੱਦਤ ਮੈਂ ਅਮਰਤਾ ਨੂੰ ਨਾ ਮਿਲਿਆ। ਲਾਹੌਰ ਰੇਡੀਓ ਸਟੇਸ਼ਨ ਉੱਤੇ ਨੌਕਰ ਹੋ ਗਿਆ। ਉੱਥੇ ਦੁੱਗਲ ਨੇ ਦੱਸਿਆ, ਪਹਿਲਾਂ ਕਦੇ ਕਦੇ ਅਮ੍ਰਿਤਾ ਪ੍ਰੋਗਰਾਮ ਕਰਨ ਆਉਂਦੀ ਸੀ, ਪਰ ਹੁਣ ਉਸ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਕਿਉਂ? ਪਤਾ ਨਹੀਂ। ਇੱਕ ਦਿਨ ਸਾਹਿਤਕਾਰਾਂ ਦੀ ਮੀਟਿੰਗ ਸੀ। ਅਸੀਂ ਅਮ੍ਰਿਤਾ ਨੂੰ ਸੱਦਾ ਭੇਜਿਆ, ਉਹ ਨਾ ਆਈ। ਫਿਰ ਇੱਕ ਮੀਟਿੰਗ ਮੇਰੇ ਘਰ ਹੋਈ। ਉਸ ਅਖਵਾ ਭੇਜਿਆ, ਕੋਸ਼ਿਸ਼ ਕਰਾਂਗੀ। ਤਰਕਾਲੀ ਟੈਨਿਸ ਖੇਡ ਕੇ ਮੁੜਦੀ ਹੋਈ ਸਾਈਕਲ ਉੱਤੇ ਉਹ ਮੇਰੇ ਘਰ ਇਹ ਆਖਣ ਆ ਗਈ ਕਿ ਕੱਲ੍ਹ ਉਹ ਮੀਟਿੰਗ ਉੱਤੇ ਨਹੀਂ ਆ ਸਕੇਗੀ। ਉਸ ਨੂੰ ਜ਼ਰੂਰੀ ਕੰਮ ਹੈ। ਉਸ ਨੂੰ ਬੈਠਣ ਨੂੰ ਆਖਿਆ, ਉਹ ਉਪਰਿਆਂ ਵਾਂਗ ਬੈਠ ਗਈ। ਨੌਕਰ ਨੇ ਚਾਹ ਲਿਆਂਦੀ। ਚਾਹ ਪੀਓਗੇ? ਚਾਹ ਤੇ ਮੈਂ ਘੱਟ ਹੀ ਪੀਂਦੀ ਹਾਂ। ਅੱਜ ਇੱਕ ਘੁੱਟ ਪੀ ਲਓ। ਮੈਂ ਕੇਤਲੀ ਵਿੱਚੋਂ ਚਾਹ ਦਾ ਪਿਆਲਾ ਭਰਿਆ। ਅੱਛਾ ਦੱਸੋ, ਤੁਸੀਂ ਮੀਟਿੰਗ ਉੱਤੇ ਕਿਉਂ ਨਹੀਂ ਆ ਰਹੇ? ਮੈਂ ਬਹੁਤੀਆਂ ਮੀਟਿੰਗਾਂ ਵਿੱਚ ਜਾਣਾ ਪਸੰਦ ਨਹੀਂ ਕਰਦੀ। ਸੁਣਿਆ ਹੈ ਪਹਿਲਾਂ ਤੁਸੀਂ ਰੇਡੀਓ ਉੱਤੇ ਪ੍ਰੋਗਰਾਮ ਕਰਿਆ ਕਰਦੇ ਸੋ। ਹਾਂ, ਮੈਂ ਸਿਤਾਰ ਵਜਾਉਣ ਦੇ ਕੁਝ ਪ੍ਰੋਗਰਾਮ ਕੀਤੇ ਹਨ, ਪਰ ਹੁਣ ਮੈਨੂੰ ਰੇਡੀਓ ਚੰਗਾ ਨਹੀਂ ਲੱਗਦਾ। ਰੇਡੀਓ ਜਾਂ ਰੇਡੀਓ ਦੇ ਲੋਕ ਦੋਵੇਂ ਇੱਕ ਇਸਤਰੀ ਲਈ ਘਰ ਤੇ ਸਮਾਜ ਦੀਆਂ ਕੁਝ ਅਜਿਹੀਆਂ ਮਜਬੂਰੀਆਂ ਹੁੰਦੀਆਂ ਹਨ ਕਿ ਉਹ ਇਸ ਤਰ੍ਹਾਂ ਦੇ ਬੇਤਹਾਸ਼ਾ ਖੁੱਲ੍ਹੇ ਡੁੱਲੇ ਵਾਤਾਵਰਨ ਨੂੰ ਪਸੰਦ ਨਹੀਂ ਕਰ ਸਕਦੀ। ਲੋਕ ਪਾਨ ਖਾ ਰਹੇ ਹਨ, ਸਿਗਰਟ ਦੇ ਧੂਏ ਛੱਡ ਰਹੇ ਹਨ, ਚਾਹਾਂ ਦੇ ਪਿਆਲੇ ਉਡਾ ਰਹੇ ਹਨ, ਹਾ ਹਾ ਹੂ ਹੂ ਦਾ ਰੌਲਾ ਮਚ ਰਿਹਾ ਹੈ। ਮੈਨੂੰ ਇਸ ਤਰ੍ਹਾਂ ਮਰਦਾਂ ਵਿੱਚ ਬੈਠ ਕੇ ਕੰਮ ਕਰਨਾ ਬੁਰਾ ਲੱਗਦਾ ਹੈ। ਇਸੇ ਕਰਕੇ ਮੈਂ ਰੇਡੀਓ ਸਟੇਸ਼ਨ ਜਾਣਾ ਛੱਡ ਦਿੱਤਾ। ਇੱਕ ਦਿਨ ਸਾਹਿਤਕਾਰਾਂ ਦੀ ਮੀਟਿੰਗ ਸੀ। ਅਸੀਂ ਅੰਮ੍ਰਿਤਾ ਨੂੰ ਸੱਦਾ ਭੇਜਿਆ, ਉਹ ਨਾ ਆਈ। ਫਿਰ ਇੱਕ ਮੀਟਿੰਗ ਮੇਰੇ ਘਰ ਹੋਈ। ਉਸ ਅਖਵਾ ਭੇਜਿਆ, ਕੋਸ਼ਿਸ਼ ਕਰਾਂਗੀ। ਤਰਕਾਲੀ ਟੈਨਿਸ ਖੇਡ ਕੇ ਮੁੜਦੀ ਹੋਈ ਸਾਈਕਲ ਉੱਤੇ ਉਹ ਮੇਰੇ ਘਰ ਇਹ ਆਖਣ ਆ ਗਈ ਕਿ ਕੱਲ੍ਹ ਉਹ ਮੀਟਿੰਗ ਉੱਤੇ ਨਹੀਂ ਆ ਸਕੇਗੀ।
ਉਸ ਨੂੰ ਜ਼ਰੂਰੀ ਕੰਮ ਹੈ। ਉਸ ਨੂੰ ਬੈਠਣ ਨੂੰ ਆਖਿਆ। ਉਹ ਉਪਰਿਆਂ ਵਾਂਗ ਬੈਠ ਗਈ। ਨੌਕਰ ਨੇ ਚਾਹ ਲਿਆਂਦੀ। ਚਾਹ ਪੀਓਗੇ? ਚਾਹ ਤੇ ਮੈਂ ਘੱਟ ਹੀ ਪੀਂਦੀ ਹਾਂ। ਅੱਜ ਇੱਕ ਘੁੱਟ ਪੀ ਲਓ। ਮੈਂ ਕੇਤਲੀ ਵਿੱਚੋਂ ਚਾਹ ਦਾ ਪਿਆਲਾ ਭਰਿਆ। ਅੱਛਾ ਦੱਸੋ, ਤੁਸੀਂ ਮੀਟਿੰਗ ਉੱਤੇ ਕਿਉਂ ਨਹੀਂ ਆ ਰਹੇ? ਮੈਂ ਬਹੁਤੀਆਂ ਮੀਟਿੰਗਾਂ ਵਿੱਚ ਜਾਣਾ ਪਸੰਦ ਨਹੀਂ ਕਰਦੀ। ਸੁਣਿਆ ਹੈ ਪਹਿਲਾਂ ਤੁਸੀਂ ਰੇਡੀਓ ਉੱਤੇ ਪ੍ਰੋਗਰਾਮ ਕਰਿਆ ਕਰਦੇ ਸੋ। ਹਾਂ, ਮੈਂ ਸਿਤਾਰ ਵਜਾਉਣ ਦੇ ਕੁਝ ਪ੍ਰੋਗਰਾਮ ਕੀਤੇ ਹਨ, ਪਰ ਹੁਣ ਮੈਨੂੰ ਰੇਡੀਓ ਚੰਗਾ ਨਹੀਂ ਲੱਗਦਾ। ਰੇਡੀਓ ਜਾਂ ਰੇਡੀਓ ਦੇ ਲੋਕ ਦੋਵੇਂ। ਇੱਕ ਇਸਤਰੀ ਲਈ ਘਰ ਤੇ ਸਮਾਜ ਦੀਆਂ ਕੁਝ ਅਜਿਹੀਆਂ ਮਜਬੂਰੀਆਂ ਹੁੰਦੀਆਂ ਹਨ ਕਿ ਉਹ ਇਸ ਤਰ੍ਹਾਂ ਦੇ ਬੇਤਹਾਸ਼ਾ ਖੁੱਲ੍ਹੇ ਡੁੱਲੇ ਵਾਤਾਵਰਨ ਨੂੰ ਪਸੰਦ ਨਹੀਂ ਕਰ ਸਕਦੀ। ਲੋਕ ਪਾਨ ਖਾ ਰਹੇ ਹਨ, ਸਿਗਰਟ ਦੇ ਧੂਏ ਛੱਡ ਰਹੇ ਹਨ, ਚਾਹਾਂ ਦੇ ਪਿਆਲੇ ਉਡਾ ਰਹੇ ਹਨ, ਹਾ ਹਾ ਹੂ ਹੂ ਦਾ ਰੌਲਾ ਮਚ ਰਿਹਾ ਹੈ। ਮੈਨੂੰ ਇਸ ਤਰ੍ਹਾਂ ਮਰਦਾਂ ਵਿੱਚ ਬੈਠ ਕੇ ਕੰਮ ਕਰਨਾ ਬੁਰਾ ਲੱਗਦਾ ਹੈ। ਇਸੇ ਕਰਕੇ ਮੈਂ ਰੇਡੀਓ ਸਟੇਸ਼ਨ ਜਾਣਾ ਛੱਡ ਦਿੱਤਾ। ਇਹੋ ਕਾਰਨ ਹਨ ਜਾਂ ਹੋਰ ਵੀ ਹੋਣਗੇ। ਸ਼ਾਇਦ ਕੋਈ ਹੋਰ ਹੀ ਕਾਰਨ ਹੋਣ ਤੇ ਮੈਂ ਤੁਹਾਨੂੰ ਪਰਚਾਉਣ ਲਈ ਇਹ ਕਾਰਨ ਘੜੇ ਹੋਣ, ਕੀ ਪਤਾ। ਪਰ ਰੇਡੀਓ ਉੱਤੇ ਜਾਣਾ ਮੈਂ ਪਸੰਦ ਨਹੀਂ ਕਰਦੀ। ਗੱਲ ਮੁੱਕ ਗਈ। ਕੀ ਲਿਖ ਰਹੇ ਹੋ ਅੱਜ ਕੱਲ੍ਹ? ਕੋਈ ਕਵਿਤਾ ਸੁਣਾਓ। ਕਿਸੇ ਦਿਨ ਸਾਡੇ ਘਰ ਆਉਣਾ ਤਾਂ ਸੁਣਾਵਾਂਗੀ। ਮੈਂ ਕਵਿਤਾ ਸੁਣਾਉਣ ਲੋਕਾਂ ਕੋਲ ਨਹੀਂ ਜਾਂਦੀ। ਚੰਗਾ, ਕਿਸੇ ਦਿਨ ਆਵਾਂਗਾ। ਕੁਝ ਮਹੀਨਿਆਂ ਪਿੱਛੋਂ ਮੈਂ ਅੰਮ੍ਰਿਤਾ ਦੇ ਘਰ ਗਿਆ। ਉਸ ਗੁਮਟੀ ਬਾਜ਼ਾਰ ਤੋਂ ਮਕਾਨ ਬਦਲ ਕੇ ਅਨਾਰਕਲੀ ਵਿੱਚ ਇੱਕ ਫਲੈਟ ਲੈ ਲਿਆ ਸੀ। ਫਲੈਟ ਵਿੱਚ 4-5 ਕਮਰੇ ਸਨ। ਜਾਲੀਦਾਰ ਪਰਦੇ, ਤਸਵੀਰਾਂ, ਸੋਫੇ। ਉਹ ਤੇ ਉਸ ਦੀ ਨਣਦ ਨੇ, ਉਸ ਕੁੜੀ ਦਾ ਨਾਂ ਮੈਂ ਭੁੱਲ ਗਿਆ ਹਾਂ, ਮੇਰਾ ਸਵਾਗਤ ਕੀਤਾ। ਤਕੱਲਫ ਨਾਲ ਕੁਰਸੀ ਉੱਤੇ ਬਿਠਾਇਆ। ਅਸੀਂ ਚਾਹ ਪੀਤੀ, ਕਵਿਤਾ ਕੋਈ ਨਾ ਪੜ੍ਹੀ, ਕਵਿਤਾ ਬਾਰੇ ਗੱਲਾਂ ਕੀਤੀਆਂ। ਮੈਂ ਆਪਣੀ ਜੱਦੋ-ਜਹਿਦ ਦੀ ਗੱਲ ਤੋਰੀ। ਅੰਮ੍ਰਿਤਾ ਨੇ ਆਪਣੀ ਜੱਦੋ-ਜਹਿਦ ਦੀ ਗੱਲ ਛੇੜੀ। ਤੁਸੀਂ ਕੀ ਜੱਦੋ-ਜਹਿਦ ਕਰ ਰਹੇ ਹੋ? ਮੈਂ ਹੈਰਾਨੀ ਨਾਲ ਪੁੱਛਿਆ। ਉਨੀ ਦਿਨੀ ਮੇਰੇ ਨੇੜੇ ਜੱਦੋ-ਜਹਿਦ ਦੇ ਅਰਥ ਸਿਰਫ ਮਾਲੀ ਜੱਦੋ-ਜਹਿਦ ਹੀ ਸੀ। ਮੈਂ 3 ਸਾਲ ਲਾਹੌਰ ਵਿਹਲਾ ਫਿਰ ਕੇ, ਥਾਂ-ਥਾਂ ਟਿਊਸ਼ਨਾਂ ਕਰਕੇ ਆਖਰ ਰੇਡੀਓ ਸਟੇਸ਼ਨ ਉੱਤੇ 100 ਰੁਪਏ ਦੀ ਨੌਕਰੀ ਲੱਭ ਲਈ ਸੀ। ਅੰਮ੍ਰਿਤਾ ਕਿਹੜੀ ਜੱਦੋ-ਜਹਿਦ ਕਰ ਰਹੀ ਸੀ? ਉਹ ਕੁਝ ਸੋਚ ਕੇ ਬੋਲੀ, ਮਾਲੀ ਜੱਦੋ-ਜਹਿਦ। ਜੇ ਤੁਹਾਨੂੰ ਵੀ ਮਾਲੀ ਪਰੇਸ਼ਾਨੀ ਹੈ ਤਾਂ ਇੱਕ ਆਦਮੀ ਨੂੰ ਕੀ ਹੈ? ਮੈਂ ਪਰੇਸ਼ਾਨ ਹੋ ਕੇ ਆਖਿਆ। ਮਾਲੀ ਪਰੇਸ਼ਾਨੀ, ਆਰਥਿਕ, ਸਮਾਜਿਕ, ਆਤਮਕ, ਹਰ ਤਰ੍ਹਾਂ ਦੀਆਂ ਪਰੇਸ਼ਾਨੀਆਂ ਮੈਨੂੰ ਹਨ। ਪਰੇਸ਼ਾਨੀਆਂ ਦੇ ਝੁੰਡਾਂ ਦੇ ਝੁੰਡ ਉੱਡਦੇ ਨੇ ਮੇਰੇ ਦੁਆਲੇ। ਜਿੰਨੇ ਮਿਲਣ ਵਾਲੇ ਆਉਂਦੇ ਨੇ, 2-4 ਤੋਂ ਛੁੱਟ ਉਹ ਵੀ ਪਰੇਸ਼ਾਨੀਆਂ ਦੇ ਪਟਾਰੇ ਹੀ ਹੁੰਦੇ ਨੇ। ਮੈਂ ਆਪਣੇ ਵੱਲ ਤੱਕਿਆ। ਤੁਸੀਂ ਨਹੀਂ, ਉਸ ਆਖਿਆ। ਮੈਂ ਕੋਲ ਬੈਠਾ ਹਾਂ, ਸ਼ਾਇਦ ਇਸ ਲਈ ਮੇਰਾ ਲਿਹਾਜ਼ ਕਰ ਰਹੇ ਹੋ। ਨਹੀਂ, ਇਹ ਗੱਲ ਨਹੀਂ, ਮੈਂ ਤਾਂ ਉਂਝ ਹੀ ਆਖ ਦਿੱਤਾ। ਅਸਲ ਵਿੱਚ ਅੱਜ ਕੱਲ੍ਹ ਮੈਂ ਕੁਝ ਖਿਜੀ ਰਹਿੰਦੀ ਹਾਂ। ਇਸ ਲਈ ਹਰ ਚੀਜ਼ ਜੋ ਅੱਗੇ ਆਉਂਦੀ ਹੈ, ਕਈ ਵਾਰ ਉਸ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਉਣ ਨੂੰ ਜੀਅ ਕਰਦਾ ਹੈ। ਅਸਲ ਨਿਸ਼ਾਨੇ ਤੋਂ ਉੱਕ ਜਾਣ ਵਾਲੇ ਦਾ ਇਹੋ ਹਾਲ ਹੁੰਦਾ ਹੈ। ਮੈਨੂੰ ਇਉਂ ਲੱਗਦਾ ਹੈ ਜਿਵੇਂ ਮੈਂ ਨਿਸ਼ਾਨੇ ਤੋਂ ਉੱਕ ਗਈ ਹਾਂ। ਮੰਜ਼ਲ, ਮੁੱਢ, ਅਖੀਰ, ਇਹਨਾਂ ਬਾਰੇ ਕਦੇ ਇੰਨਾ ਨਹੀਂ ਸੋਚਿਆ ਜਿੰਨਾ ਅੱਜ ਕੱਲ੍ਹ ਸੋਚ ਰਹੀ ਹਾਂ। ਬਹੁਤੇ ਸੋਚਣ ਨਾਲ ਬਿਮਾਰ ਹਾਂ। ਉਸ ਦਾ ਚਿਹਰਾ ਪੀਲਾ ਤੇ ਫਿੱਕਾ ਸੀ, ਜਿਵੇਂ ਕਈ ਦਿਨਾਂ ਤੋਂ ਬਿਮਾਰ ਹੋਵੇ। ਤੁਸੀਂ ਬਿਮਾਰ ਰਹੇ ਹੋ? ਹਾਂ, ਹੁਣ ਵੀ ਬਿਮਾਰ ਹਾਂ। ਹਰ ਚੀਜ਼ ਖੋਖਲੀ ਜਿਹੀ ਲੱਗਦੀ ਹੈ। ਕਈ ਵਾਰ ਇੰਜ ਲੱਗਦਾ ਹੈ ਕਿ ਕਵਿਤਾ ਲਿਖਣਾ ਵੀ ਐਵੇਂ ਮਨ ਪਰਚਾਵਾ ਹੀ ਹੈ। ਕੀ ਪਿਆ ਇਸ ਵਿੱਚ? ਮੈਂ ਆਪਣੀ ਪਿਛਲੀ ਕਵਿਤਾ ਉੱਤੇ ਝਾਤ ਮਾਰਦੀ ਹਾਂ। 6 ਕਿਤਾਬਾਂ। ਓਹ, ਮੈਨੂੰ ਇਹਨਾਂ ਉੱਤੇ ਕੋਈ ਖਾਸ ਮਾਣ ਨਹੀਂ। ਪਤਾ ਨਹੀਂ ਕਿਵੇਂ ਲਿਖ ਮਾਰੀਆਂ ਇੰਨੀਆਂ ਕਵਿਤਾਵਾਂ। ਹੁਣ ਇੱਕ ਵੀ ਕਵਿਤਾ ਨਹੀਂ ਫੁਰਦੀ। ਜਿਵੇਂ ਮੈਂ ਖੜੋ ਕੇ ਸੋਚਣ ਲੱਗ ਪਈ ਹੋਵਾਂ, ਇਹ ਸਭ ਕੁਝ ਕੀ ਹੈ? ਇਨਸਾਨ ਨੂੰ ਕਦੇ-ਕਦੇ ਸੋਚਣ ਲਈ ਖੜੋ ਜਾਣਾ ਚਾਹੀਦਾ ਹੈ। ਅੱਜ ਕੱਲ੍ਹ ਮੈਂ ਖੜੋ ਗਈ ਹਾਂ। ਇਸੇ ਤਰ੍ਹਾਂ ਮੇਰੀ ਕਵਿਤਾ ਵੀ ਖੜੋ ਗਈ ਹੈ। ਜ਼ਿੰਦਗੀ ਕਿਤੇ
ਰੁਕਦੀ ਨਹੀਂ, ਖੜੋਂਦੀ ਨਹੀਂ, ਦੌੜਦੀ ਰਹਿੰਦੀ ਹੈ। ਮੈਂ ਖੜੋ ਗਈ ਹਾਂ, ਇਸ ਲਈ ਕੁਝ ਥੱਕੀ ਟੁੱਟੀ ਜਾਪਦੀ ਹਾਂ। ਮਾਫ਼ ਕਰਨਾ, ਮੈਂ ਕਿਹੜੀਆਂ ਗੱਲਾਂ ਲੈ ਬੈਠੀ। ਮੈਂ ਵੇਖਿਆ ਅੰਮ੍ਰਿਤਾ ਵਿੱਚ ਥਕਾਵਟ ਸੀ। ਉਸ ਦੇ ਚਿਹਰੇ ਉੱਤੇ ਪਿਲਤਨ ਖਿੰਡੀ ਹੋਈ ਸੀ। ਉਸ ਦਾ ਚਿਹਰਾ ਖਿੱਚਿਆ ਹੋਇਆ ਸੀ, ਜਿਵੇਂ ਕਿਸੇ ਚਖੂਟਿਓਂ ਤਣਾਵਾਂ ਨਾਲ ਉਸ ਦਾ ਸਾਰਾ ਵਜੂਦ ਕੱਸ ਦਿੱਤਾ ਹੋਵੇ। ਉਸ ਦੇ ਚਿਹਰੇ ਉੱਤੋਂ ਫਾਲਤੂ ਮਾਸ ਛੱਟ ਗਿਆ ਸੀ। ਸੋਚ ਵਿੱਚੋਂ ਫਾਲਤੂ ਗੱਲਾਂ ਛਣ ਗਈਆਂ ਸਨ। ਫਾਲਤੂ ਮਿਲਣੀਆਂ ਤੇ ਫਾਲਤੂ ਸੋਸ਼ਲ ਫਰਜ਼ਾਂ ਦੀਆਂ ਛਿਲਤਰਾਂ ਲੱਥ ਗਈਆਂ ਸਨ। ਕਿੰਨਾ ਕੁਝ ਫਾਲਤੂ ਝੜ ਗਿਆ ਸੀ। ਮੈਂ ਉਹਦੇ ਮਨ ਨੂੰ ਵੇਖ ਸਕਦਾ ਸਾਂ, ਜੋ ਸੋਨੇ ਦੀ ਡਲੀ ਵਾਂਗ ਨਿਆਰੀਏ ਦੀ ਭੱਠੀ ਵਿੱਚ ਅੱਗ ਦੇ ਹੇਠ ਦਗ ਰਿਹਾ ਸੀ। ਗੱਲਾਂ ਜ਼ਿੰਦਗੀ ਬਾਰੇ, ਸਮਾਜ ਬਾਰੇ, ਕਲਾਕਾਰ ਦੀ ਹੋਣੀ ਬਾਰੇ ਹੁੰਦੀਆਂ ਰਹੀਆਂ। ਵਿੱਚ ਕੋਈ ਔਟਰੀ ਗੱਲ ਵੀ ਉੱਧੜ ਪੈਂਦੀ। ਚਾਹ ਦਾ ਪਿਆਲਾ ਬਣਾਉਂਦੇ ਹੋਏ ਉਸ ਪੁੱਛਿਆ, ਤੁਹਾਨੂੰ ਪਿਆਜ਼ ਦੇ ਪਕੌੜੇ ਚੰਗੇ ਲੱਗਦੇ ਨੇ ਕਿ ਮਿਰਚਾਂ ਦੇ? ਮਿਰਚਾਂ ਦੇ। ਮਰਦ ਤਾਂ ਮਿਰਚਾਂ ਤੋਂ ਕਤਰਾਉਂਦੇ ਨੇ, ਤੁਸੀਂ ਮਿਰਚਾਂ ਕਿਵੇਂ ਖਾ ਲੈਂਦੇ ਹੋ? ਨਿੱਕੇ ਹੁੰਦਿਆਂ ਮੈਂ ਮਾਂ ਦੀਆਂ ਕੌੜੀਆਂ ਗਾਲਾਂ ਖਾਧੀਆਂ ਹਨ। ਇਹ ਮਿਰਚਾਂ ਉਹਨਾਂ ਨਾਲ ਵਧੇਰੇ ਕੌੜੀਆਂ ਨਹੀਂ। ਭਲਾ ਤੁਹਾਨੂੰ ਮਿਰਚਾਂ ਕਿਉਂ ਸਵਾਦ ਲੱਗਦੀਆਂ ਨੇ? ਇਸੇ ਕਰਕੇ ਮੈਂ ਇੰਨੀਆਂ ਮਿੱਠੀਆਂ ਚੀਜ਼ਾਂ ਖਾਧੀਆਂ ਨੇ ਕਿ ਹੁਣ ਕੌੜੀ ਚੀਜ਼ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਪ੍ਰਸ਼ੰਸਾ ਦਾ ਹਾਲ ਹੈ। ਮੈਨੂੰ ਬਹੁਤੀ ਪ੍ਰਸ਼ੰਸਾ ਚੰਗੀ ਨਹੀਂ ਲੱਗਦੀ। ਇੱਕ ਦੂਜੇ ਦੀ ਪ੍ਰਸ਼ੰਸਾ ਨਾਲ ਆਦਮੀ ਦੀ ਗੱਲ ਦਾ ਪੱਧਰ ਇੱਕ ਖਾਸ ਸਤ੍ਹਾ ਤੋਂ ਉੱਪਰ ਨਹੀਂ ਉੱਠਦਾ। ਮੁਹੱਬਤ ਤੇ ਨਫ਼ਰਤ ਜਜ਼ਬਿਆਂ ਦੀਆਂ ਦੋ ਸਿਖਰਾਂ, ਦੋ ਡੁੰਗਾਨਾਂ ਜ਼ਿੰਦਗੀ ਦਾ ਸਿੱਧ ਪੁੱਠ ਦਿਖਾਉਂਦੀਆਂ ਹਨ। ਤੁਸੀਂ ਮੁਹੱਬਤ ਵਿੱਚ ਯਕੀਨ ਰੱਖਦੇ ਹੋ ਕਿ ਨਫ਼ਰਤ ਵਿੱਚ? ਨਫ਼ਰਤ ਵੀ ਇਤਨੀ ਨਫ਼ਰਤਯੋਗ ਚੀਜ਼ ਨਹੀਂ। ਮੁਹੱਬਤ ਦਾ ਪੁੱਠਾ ਪਾਸਾ ਹੀ ਤਾਂ ਹੈ। ਫੁਲਕਾਰੀ ਦਾ ਸਿੱਧਾ ਪਾਸਾ ਮੁਹੱਬਤ ਤੇ ਪੁੱਠਾ ਪਾਸਾ, ਜਿੱਥੇ ਤੁਹਾਨੂੰ ਟਾਂਕੇ ਸਿਉਣਾ ਨਜ਼ਰ ਆਉਣ, ਨਫ਼ਰਤ ਹੈ। ਕਈ ਕੁੜੀਆਂ ਫੁਲਕਾਰੀ ਨੂੰ ਸਿੱਧੇ ਪਾਸਿਓਂ ਕੱਢਦੀਆਂ ਨੇ ਤੇ ਕਈ ਪੁੱਠੇ ਪਾਸਿਓਂ। ਤੁਸੀਂ ਕਵਿਤਾ ਦੀ ਫੁਲਕਾਰੀ ਕਿਹੜੇ ਪਾਸਿਓਂ ਕੱਢਦੇ ਹੋ? ਅੱਜ ਕੱਲ੍ਹ ਮੈਂ ਇਸ ਫੁਲਕਾਰੀ ਨੂੰ ਪੁੱਠੇ ਪਾਸਿਓਂ ਕੱਢ ਰਹੀ ਹਾਂ, ਨਫ਼ਰਤ ਦੀ ਸੂਈ ਨਾਲ। ਉਸ ਦਾ ਮੂੰਹ ਹੋਰ ਵੀ ਖਿੱਚਿਆ ਗਿਆ ਤੇ ਉਸ ਦਾ ਨੱਕ ਸੂਈ ਵਾਂਗ ਤਿੱਖਾ ਤਿੱਖਾ ਜਾਪਣ ਲੱਗਾ। ਅਸੀਂ 2 ਘੰਟੇ ਬੈਠੇ ਰਹੇ। ਚਾਹ ਠੰਡੀ ਹੋ ਗਈ। ਉਸ ਫਿਰ ਚਾਹ ਮੰਗਵਾਈ। ਮੈਂ ਚਾਹ ਨੂੰ ਕਦੇ ਨਾ ਨਹੀਂ ਕਰਦਾ। ਮੇਰੀ ਵਜ੍ਹਾ ਨਾਲ ਉਸ ਨੂੰ ਵੀ ਕਈ ਪਿਆਲੇ ਪੀਣੇ ਪਏ। ਮੈਂ ਆਖਿਆ, ਅੱਜ ਐਬਟ ਰੋਡ ਉੱਤੇ 2 ਛੁਰੇ ਵੱਜੇ, 2 ਆਦਮੀ ਮਾਰੇ ਗਏ। ਕਈ ਦੋਸਤ ਲਾਹੌਰ ਛੱਡਣ ਦੀ ਸੋਚ ਰਹੇ ਹਨ। ਫਸਾਦਾਂ ਵਿੱਚ ਤੁਸੀਂ ਕਿੱਥੇ ਜਾਓਗੇ? ਕਿਤੇ ਵੀ ਨਹੀਂ। ਕਿੱਥੇ ਰਹੋਗੇ? ਲਾਹੌਰ ਹੀ। ਇਹ ਫਸਾਦ ਤਾਂ ਕੁਝ ਇਨਸਾਨਾਂ ਦਾ ਪਾਗਲਪਨ ਹੈ। ਨਫ਼ਰਤ ਦਾ ਫੋੜਾ ਫਿਸ ਗਿਆ ਹੈ। ਭੈੜਾ ਗੰਦਾ ਖੂਨ ਵਗ ਰਿਹਾ ਹੈ। ਇਸ ਪਿੱਛੋਂ ਆਰਾਮ ਆ ਜਾਵੇਗਾ। ਮੈਂ ਲਾਹੌਰ ਨਹੀਂ ਛੱਡਾਂਗੀ। ਲਾਹੌਰ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਸੰਬੰਧਿਤ ਹਨ। ਇੱਥੋਂ ਦੀਆਂ ਗਲੀਆਂ ਦੇ ਮੋੜ, ਅਨਾਰਕਲੀ, ਰਾਵੀ, ਲਾਰੈਂਸ ਬਾਗ, ਹਰ ਚੀਜ਼ ਨਾਲ ਮੈਨੂੰ ਪਿਆਰ ਹੈ। ਲਾਹੌਰ ਛੱਡ ਕੇ ਮੈਂ ਨਹੀਂ ਜਾਵਾਂਗੀ। ਆਥਣ ਡੂੰਘੀ ਹੋ ਗਈ। ਅਨਾਰਕਲੀ ਵਿੱਚ ਬਿਜਲੀ ਦੇ ਲਾਟੂ ਬਲ ਉੱਠੇ। ਮੈਂ ਜਾਣ ਲਈ ਖੜਾ ਹੋ ਗਿਆ। ਚੰਗਾ, ਫਿਰ ਕਦੀ ਮਿਲੇ ਤਾਂ ਕਵਿਤਾ ਸੁਣਾਵਾਂਗੀ। ਹਾਲ ਦੀ ਘੜੀ ਮੇਰੇ ਕੋਲ ਕੋਈ ਚੰਗੀ ਕਵਿਤਾ ਨਹੀਂ। ਉਸ ਅਲਵਿਦਾ ਆਖੀ। ਫਸਾਦਾਂ ਦਾ ਜ਼ੋਰ ਵੱਧ ਗਿਆ। ਲੋਕ ਲਾਹੌਰ ਛੱਡ ਦੌੜਨ ਲੱਗੇ। 12 ਅਗਸਤ ਨੂੰ ਮੈਂ ਵੀ ਲਾਹੌਰੋਂ ਆ ਗਿਆ। ਬਠਿੰਡੇ ਆਇਆ ਤਾਂ ਉੱਥੇ ਵੀ ਫਸਾਦਾਂ ਦੀ ਅੱਗ। ਜਦ ਇਹ ਅੱਗ ਰਤਾ ਮੱਠੀ ਪਈ ਤਾਂ ਦਿੱਲੀ ਆ ਗਿਆ। ਰੇਡੀਓ ਉੱਤੇ ਕੰਮ ਕਰਨ ਲੱਗਾ। ਕੁਝ ਮਹੀਨਿਆਂ ਪਿੱਛੋਂ ਮੈਨੂੰ ਦੇਹਰਾਦੂਨ ਜਾਣ ਦਾ ਇਤਫਾਕ ਹੋਇਆ। ਮਿਲਟਰੀ ਵਿੱਚ ਮੇਰੇ ਇੱਕ ਦੋਸਤ ਸਨ, ਜਿਨ੍ਹਾਂ ਨੂੰ ਪੰਜਾਬੀ ਸਾਹਿਤ ਨਾਲ ਪਿਆਰ ਸੀ। ਮੈਂ ਉਹਨਾਂ ਕੋਲ ਠਹਿਰਿਆ ਹੋਇਆ ਸਾਂ। ਦੇਹਰਾਦੂਨ ਦੇ ਇਰਦ ਗਿਰਦ ਬਾਗਾਂ ਤੇ ਖੇਤਾਂ ਦਾ ਵਿਸ਼ਾਲ ਦ੍ਰਿਸ਼ ਹੈ, ਨਾਲ ਲੱਗਦੀਆਂ ਪਹਾੜੀਆਂ। ਉਹਨਾਂ ਆਖਿਆ, ਅੱਜ ਪਿਕਨਿਕ ਤੇ ਚੱਲਾਂਗੇ। ਮੈਨੂੰ ਇਹ ਤਜਵੀਜ਼ ਪਸੰਦ ਆਈ। ਉਹਨਾਂ ਆਖਿਆ, ਅੰਮ੍ਰਿਤਾ ਪ੍ਰੀਤਮ ਇੱਥੇ ਰਹਿ ਰਹੀ ਹੈ। ਜੇ ਉਹਨਾਂ ਨੂੰ ਬੁਲਾ ਲਿਆ ਜਾਵੇ ਤਾਂ ਕਵਿਤਾ ਦਾ ਮਜ਼ਾ ਹੀ ਆ ਜਾਵੇ। ਉਹ ਇੱਥੇ ਹਨ? ਹਾਂ, ਮੈਨੂੰ ਉਹਨਾਂ ਦੇ ਮਕਾਨ ਦਾ ਪਤਾ ਚਾਹੀਦਾ ਹੈ। ਜ਼ਰੂਰ, ਪਹਿਲਾਂ ਉੱਧਰ ਹੀ ਚੱਲੀਏ। ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਹਾਂ। ਉਹਨਾਂ ਜੀਪ ਅੰਮ੍ਰਿਤਾ ਦੇ ਘਰ ਵੱਲ ਮੋੜੀ। ਦੂਰ ਇੱਕ ਗੈਰ ਆਬਾਦ ਇਲਾਕੇ ਵਿੱਚ ਇੱਕ ਨਿੱਕਾ ਜਿਹਾ 2 ਮੰਜ਼ਿਲਾ ਮਕਾਨ ਸੀ। ਹੇਠਾਂ ਕੋਈ ਦੁਕਾਨਦਾਰ ਸੀ। ਮੈਂ ਉਸ ਨੂੰ ਪੁੱਛਿਆ,
ਇੱਥੇ ਅਮਰਤਾ ਪ੍ਰੀਤਮ ਰਹਿੰਦੀ ਹੈ? ਆਪ ਕਿਸੇ पूछते हैं साहिब, उस पूर्वी ਵਿੱਚ ਪੁੱਛਿਆ। अमृता प्रीतम वो लेखिका है, कवि। यहाँ तो एक सरदार साहब रहते हैं, उस रुखे लहजे ਵਿੱਚ ਗੱਲ ਮੁਕਾਈ। मैं आख्या ठीक। ਉੱਪਰ ਪੌੜੀਆਂ ਚੜ੍ਹ ਕੇ ਬੂਹਾ ਖਟਖਟਾਇਆ। ਅਮ੍ਰਿਤਾ ਨੇ ਬੂਹਾ ਖੋਲ੍ਹਿਆ। ਉਸ ਇੱਕ ਨਿੱਕਾ ਜਿਹਾ ਝੱਗਾ ਪਾਇਆ ਹੋਇਆ ਸੀ, ਸਿਰ ਉੱਤੇ ਚੁੰਨੀ ਨਹੀਂ ਸੀ, ਹੱਥ ਦਾਲ ਨਾਲ ਲਿਬੜੇ ਹੋਏ ਸਨ। ਸ਼ਾਇਦ ਉਹ ਮਾਂ ਦੀ ਦਾਲ ਧੋ ਰਹੀ ਸੀ। ਮੈਨੂੰ ਵੇਖ ਕੇ ਉਹ ਹੈਰਾਨ ਹੋਈ। ਆਓ। ਮੈਂ ਆਖਿਆ ਕੱਲ ਹੀ ਆਇਆ ਸਾਂ, ਪਤਾ ਲੱਗਾ ਤੁਸੀਂ ਇੱਥੇ ਹੋ, ਇਸ ਲਈ ਮਿਲਣ ਆ ਗਿਆ। ਅੱਜ ਇੱਥੇ ਇੱਕ ਪਿਕਨਿਕ ਪਾਰਟੀ ਹੈ, ਸ਼ਾਇਦ ਕੁਝ ਕਵਿਤਾਵਾਂ ਦਾ ਪ੍ਰੋਗਰਾਮ ਵੀ ਹੋਵੇ, ਚੱਲ ਸਕੋਗੇ? ਇਤਨੇ ਇੱਕ ਨਿੱਕਾ ਜਿਹਾ ਬਾਲ ਆ ਕੇ ਉਸ ਦੀਆਂ ਲੱਤਾਂ ਨੂੰ ਪਲਚ ਗਿਆ। ਅਮ੍ਰਿਤਾ ਨੇ ਹੱਥ ਛੰਡੇ ਜਿਨ੍ਹਾਂ ਉੱਤੇ ਧੋਤੀ ਦਾਲ ਦੇ ਦਾਣੇ ਹਾਲੇ ਤੀਕ ਜੰਮੇ ਹੋਏ ਸਨ, ਤੇ ਬੱਚੇ ਨੂੰ ਗੋਦੀ ਵਿੱਚ ਲੈਂਦੇ ਹੋਏ ਆਖਿਆ, ਮੇਰੀ ਕਵਿਤਾ ਤਾਂ ਇਹੋ ਹੈ। ਮੇਰੇ ਘਰ ਹੀ ਕਵੀ ਦਰਬਾਰ ਲੱਗਿਆ ਰਹਿੰਦਾ ਹੈ। ਮੈਂ ਨਾ ਚੱਲ ਸਕਾਂਗੀ, ਭਾਵੇਂ ਜੀ ਬੜਾ ਕਰਦਾ ਹੈ ਕਿ ਚੱਲਾਂ ਤੇ ਦਿੱਲੀ ਵਿੱਚ ਵਸਦੇ ਹੋਏ ਦੋਸਤਾਂ ਬਾਰੇ ਪੁੱਛਾਂ ਤੇ ਲਾਹੌਰ ਦੀਆਂ ਕੁਝ ਗੱਲਾਂ ਕਰਾਂ। ਤੁਸੀਂ ਲਾਹੌਰੋਂ ਕਦੋਂ ਆਏ? ਜਦੋਂ ਤੁਸੀਂ। ਮੈਨੂੰ ਪੀੜੀ ਦੇ ਕੇ ਉਸ ਬੱਚੇ ਨੂੰ ਗੋਦੀ ਵਿੱਚ ਪਾ ਲਿਆ ਤੇ ਦਾਲ ਮਲਣ ਲੱਗ ਪਈ। ਮੇਰੇ ਦੋਸਤ ਮੈਨੂੰ ਉਡੀਕ ਰਹੇ ਹਨ, ਮੈਂ ਚੱਲਦਾ। ਜੇ ਵੇਲ ਮਿਲੇ ਤਾਂ ਆਉਣਾ। ਅੱਛਾ, ਕਦ ਆਉਂਗੇ? ਕੱਲ ਆਵਾਂਗਾ। ਤੇ ਮੈਂ ਚਲਾ ਆਇਆ। ਦੂਜੇ ਦਿਨ ਉਸ ਨੂੰ ਮਿਲਣ ਗਿਆ। ਉਸ ਲਾਹੌਰ ਦੇ ਸਾਰੇ ਦੋਸਤਾਂ ਬਾਰੇ ਪੁੱਛਿਆ, ਕੌਣ ਕਿੱਥੇ ਹੈ? ਅਚਲਾ ਸਚਦੇਵ ਰੇਡੀਓ ਸਟੇਸ਼ਨ ਉੱਤੇ ਕੰਮ ਕਰਦੀ ਹੈ। ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਮਹਿਰੌਲੀ ਆ ਗਏ ਹਨ। ਹਰਚਰਨ ਸਿੰਘ ਨੇ ਪੰਜਾਬ ਕਾਲਜ ਖੋਲ੍ਹ ਕੇ ਮੁੰਡਿਆਂ ਨੂੰ ਗਿਆਨੀ ਪੜ੍ਹਾਉਣ ਦਾ ਕੰਮ ਸ਼ੁਰੂ ਕਰ ਲਿਆ ਹੈ। ਸਭ ਦਿੱਲੀ ਵਸ ਗਏ ਹਨ, ਜਾਂ ਸਮਝੋ ਦਿੱਲੀ ਇਹਨਾਂ ਲੋਕਾਂ ਨਾਲ ਵਸ ਗਈ ਹੈ। ਪ੍ਰਿੰਸੀਪਲ ਤੇਜਾ ਸਿੰਘ ਬੰਬਈ ਹਨ। ਸੁਰਿੰਦਰ ਕੌਰ ਦਾ ਵਿਆਹ ਹੋ ਗਿਆ ਹੈ। ਜੀਵਨ ਸਿੰਘ ਜੌਲੀ ਲਾਹੌਰ ਬੁੱਕ ਸ਼ਾਪ ਨੂੰ ਲੁਧਿਆਣੇ ਲੈ ਆਇਆ ਹੈ। ਉਹ ਹੱਸੀ। ਲਾਹੌਰ ਬੁੱਕ ਸ਼ਾਪ, ਜਾਨੀ ਪਹਿਲੇ ਤਾਂ ਉਸ ਲਾਹੌਰ ਨੂੰ ਬੁੱਕ ਸ਼ਾਪ ਵਿੱਚ ਬੰਦ ਕੀਤਾ, ਫਿਰ ਇਸ ਨੂੰ ਉਹ ਚੌਂਕ ਘੰਟਾ ਘਰ ਵਿੱਚ ਲੈ ਆਇਆ। ਸ਼ਹਿਰ ਕਿਹੜਾ ਫੁੱਲ ਬੂਟੇ ਹਨ ਜਿਨ੍ਹਾਂ ਨੂੰ ਇਸ ਧਰਤੀ ਤੋਂ ਪੁੱਟ ਕੇ ਉੱਥੇ ਲਾ ਦਿਓ। ਸ਼ਹਿਰ ਤੇ ਦਰਿਆ ਪੁੱਟੇ ਨਹੀਂ ਜਾ ਸਕਦੇ। ਬਸ ਅਸੀਂ ਇਹਨਾਂ ਸ਼ਹਿਰਾਂ ਦੀ ਯਾਦ ਚੁੱਕੀ ਫਿਰਦੇ ਹਾਂ। ਇੱਥੇ ਵੀ 2 ਰਫਿਊਜੀਆਂ ਨੇ ਰਾਵਲਪਿੰਡੀ ਟੇਲਰਿੰਗ ਹਾਊਸ ਤੇ ਪਸ਼ੌਰ ਹੋਟਲ ਖੋਲ੍ਹ ਲਏ ਹਨ। ਅੱਛਾ, ਤੁਸੀਂ ਅੱਜ ਕੱਲ੍ਹ ਦਿੱਲੀ ਹੋ? ਹਾਂ। ਤੁਸੀਂ ਇੱਥੇ ਇੱਕ ਪਾਸੇ ਆ ਕੇ ਕਿਉਂ ਰਹਿ ਰਹੇ ਹੋ? ਦਿੱਲੀ ਕਿਉਂ ਨਹੀਂ ਆਉਂਦੇ? ਉਹ ਇੱਕ ਉਦਾਸ ਹੱਸੀ ਹੱਸੀ। ਕਿਉਂ ਨਹੀਂ ਆਉਂਦੇ? ਕਿਉਂ ਨਹੀਂ? ਕਿਹੜਾ ਪੰਛੀਆਂ ਵਾਂਗ ਉੱਡ ਕੇ ਆ ਸਕਦੇ ਹਾਂ? ਇਸ ਲਈ ਇੱਕ ਚੀਜ਼ ਜਿਸ ਨੂੰ ਘਰ ਆਖੀਦਾ ਹੈ ਦੀ ਲੋੜ ਹੈ। ਘਰ ਤੇ ਫਿਰ ਰੁਜ਼ਗਾਰ। ਤੁਸੀਂ ਆਪਣਾ ਘਰ ਸਾਨੂੰ ਦੇ ਦਿਓ, ਅਸੀਂ ਆ ਜਾਵਾਂਗੇ, ਨਾਲੇ ਕੋਈ ਨੌਕਰੀ। ਤੁਹਾਨੂੰ ਨੌਕਰੀ ਦੀ ਲੋੜ ਹੈ? ਕਿਉਂ ਨਹੀਂ? ਕਿੱਥੇ? ਮੈਨੂੰ ਤਾਂ ਰੇਡੀਓ ਦਾ ਤਜਰਬਾ ਹੈ ਜਾਂ ਕਵਿਤਾ ਲਿਖਣ ਦਾ। ਕਵਿਤਾ ਨੂੰ ਕੋਈ ਪੁੱਛਦਾ ਨਹੀਂ। ਇੱਥੇ ਦੇਹਰਾਦੂਨ ਵਿੱਚ ਲੀਚੀ ਵਿਕਦੀ ਹੈ ਜਾਂ ਟਿੰਡੇ, ਕਵਿਤਾ ਨਹੀਂ ਵਿਕਦੀ। ਅੱਜ ਕੱਲ੍ਹ ਕੀ ਲਿਖ ਰਹੇ ਹੋ? ਢੇਰ ਸਾਰੀਆਂ ਕਵਿਤਾਵਾਂ। ਇਕੱਲੀ ਰਹਿੰਦੀ ਹਾਂ। ਸਰਦਾਰ ਜੀ ਕੰਮ ਉੱਤੇ ਜਾਂਦੇ ਹਨ, ਪਿੱਛੋਂ ਘਰ ਦਾ ਸਾਰਾ ਕੰਮ ਕਾਜ ਮੈਂ ਕਰਦੀ ਹਾਂ। ਜਦ ਬੱਚੇ ਸੌਂ ਜਾਂਦੇ ਹਨ ਤਾਂ ਮੈਂ ਉਹਨਾਂ ਦੇ ਮੂੰਹ ਵੱਲ ਤੱਕਦੀ ਰਹਿੰਦੀ ਹਾਂ, ਸੋਚਦੀ ਰਹਿੰਦੀ ਹਾਂ, ਸੁਪਨੇ ਗੁੰਦਦੀ ਰਹਿੰਦੀ ਹਾਂ ਤੇ ਕਵਿਤਾ ਲਿਖਦੀ ਹਾਂ। ਜਿਵੇਂ ਕੋਈ ਫੁਲਕਾਰੀ ਕੱਢ ਰਿਹਾ ਹੋਵੇ। ਮੇਰੇ ਖਿਆਲ ਵਿੱਚ ਸਾਡੇ ਪਿੰਡਾਂ ਦੀਆਂ ਕੁੜੀਆਂ ਫੁਲਕਾਰੀ ਕੱਢਦੀਆਂ ਹੋਈਆਂ ਇਸੇ ਤਰ੍ਹਾਂ ਸੁਪਨੇ ਤੱਕਦੀਆਂ ਹੋਣਗੀਆਂ ਤੇ ਗੀਤ ਗਾਉਂਦੀਆਂ ਹੋਣਗੀਆਂ। ਅੱਜ ਕੱਲ੍ਹ ਕਿਹੜੀ ਸੂਈ ਨਾਲ ਫੁਲਕਾਰੀ ਕੱਢਦੇ ਹੋ? ਨਫ਼ਰਤ ਨਾਲ ਨਹੀਂ, ਮੈਨੂੰ ਨਫ਼ਰਤ ਹੋਰ ਚੀਜ਼ਾਂ ਨਾਲ ਹੈ। ਮਸਲਨ ਇੱਕ ਤਾਂ ਮੈਨੂੰ ਨਫ਼ਰਤ ਨਾਲ ਨਫ਼ਰਤ ਹੈ, ਦੂਜੇ ਫਸਾਦਾਂ ਨਾਲ। ਫਸਾਦਾਂ ਨੇ ਮੇਰੇ ਮਨ ਉੱਤੇ ਬਹੁਤ ਡੂੰਘਾ ਅਸਰ ਪਾਇਆ ਹੈ, ਜਿਵੇਂ ਕਿਸੇ ਤਿੱਖੇ ਚਾਕੂ ਨਾਲ ਮੇਰੇ ਮਨ ਉੱਤੇ ਸਿਆੜ ਕੱਢ ਦਿੱਤਾ ਹੋਵੇ, ਲਹੂ ਦੀ ਭਰੀ ਸਿਆੜ। ਕੁਝ ਸੁਣਾਓਗੇ? ਇਸ ਚੁੱਲ੍ਹੇ ਉੱਤੇ ਪਾਣੀ ਦੀ ਕੇਤਲੀ ਰੱਖ ਦਿੱਤੀ ਤੇ ਟਰਾਂਕੀ ਵਿੱਚੋਂ ਕਾਗਜ਼ਾਂ ਦਾ ਥੱਬਾ ਕੱਢਿਆ। ਇਹ ਸਭ ਕਵਿਤਾਵਾਂ ਹਨ? ਹਾਂ। ਉਹ ਵਰਕੇ ਫੋਲਣ ਲੱਗੀ
ਤੇ ਵਰਕਿਆਂ ਨੂੰ ਜੋੜ ਕੇ ਉਸ ਪੜ੍ਹਨਾ ਸ਼ੁਰੂ ਕੀਤਾ। ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਕਵਿਤਾ ਮਿਰਜ਼ੇ ਦੀ ਤਰਜ਼ ਉੱਤੇ ਸੀ। ਲੰਮੀ ਹੇਕ ਸੀ, ਜਿਵੇਂ ਕੋਈ ਉੱਚੀ ਉੱਚੀ ਲਲਕਾਰ ਭਰੇ ਤਰਲੇ ਕੱਢ ਰਿਹਾ ਹੋਵੇ। ਗਲਿਓਂ ਟੁੱਟੇ ਗੀਤ ਫਿਰ ਤਕਲਿਓਂ ਟੁੱਟੀ ਤੰਦ, ਗਲਿਓਂ ਟੁੱਟੇ ਗੀਤ ਫਿਰ ਤਕਲਿਓਂ ਟੁੱਟੀ ਤੰਦ, ਤ੍ਰਿੰਜਨੋਂ ਟੁੱਟੀਆਂ ਸਹੇਲੀਆਂ ਚਰਖੜੇ ਕੂਕਰ ਬੰਦ। ਉਹ ਕਵਿਤਾ ਪੜ੍ਹ ਰਹੀ ਸੀ। ਉਸ ਦੇ ਮੂੰਹ ਉੱਤੇ ਕਵਿਤਾ ਵਿੱਚ ਉੱਭਰਦਿਆਂ ਚਿੱਤਰਾਂ ਦੇ ਪਰਛਾਵੇਂ ਸਨ। ਇੱਕ ਕਵਿਤਾ ਪਿੱਛੋਂ ਦੂਜੀ ਕਵਿਤਾ, ਦੂਜੀ ਪਿੱਛੋਂ ਤੀਜੀ। ਉਸ ਨਫ਼ਰਤ ਦਾ ਗੀਤ ਸੁਣਾਇਆ। ਪ੍ਰੀਤ ਦੇ ਕੂਲੇ ਮੂੰਹ ਉੱਤੇ ਨਫ਼ਰਤ ਦੇ ਦਾਗ ਹਨ। ਮਜ਼ਹਬ ਦੇ ਮੱਥੇ ਤੋਂ ਕੌਣ ਧੋਏਗਾ ਖੂਨ। ਇਸ ਤੋਂ ਪਹਿਲਾਂ ਮੈਂ ਬੱਦਲਾਂ ਦੇ ਪੱਲੇ ਵਿੱਚ ਤੇ ਸੰਝ ਦੀ ਲਾਲੀ ਵਿੱਚ ਕੁਝ ਕਵਿਤਾਵਾਂ ਨੂੰ ਸਲਾਹਿਆ ਸੀ। ਅੰਮੜੀ ਦਾ ਵਿਹੜਾ, ਤ੍ਰਿੰਜਣ, ਹਰੀਆਂ ਗੋਲਾਂ, ਧੂਆਂ ਵਿੱਚ ਨਵੀਂ ਆਉਂਦੀ ਸ਼ਾਇਰੀ ਦੀਆਂ ਤੁਰੀਆਂ ਫੁੱਟ ਰਹੀਆਂ ਸਨ। ਪਹਿਲੀਆਂ ਕਵਿਤਾਵਾਂ ਦਾ ਪੱਧਰ ਇਹ ਨਹੀਂ ਸੀ। ਉਹਨਾਂ ਵਿੱਚ ਉਸ ਮਨ ਦਾ ਪਰਛਾਵਾਂ ਨਹੀਂ ਸੀ ਪੈਂਦਾ ਜਿਸ ਵਿੱਚੋਂ ਸਾਨੂੰ ਜੀਵਨ ਗਿਆਨ, ਦੁੱਖ ਦਰਦ ਤੇ ਪਿਆਰ ਦੀਆਂ ਝਾਕੀਆਂ ਮਿਲਦੀਆਂ ਹਨ। ਉਸ ਕਵਿਤਾਵਾਂ ਦੀਆਂ ਕਾਪੀਆਂ ਇੱਕ ਪਾਸੇ ਰੱਖ ਦਿੱਤੀਆਂ। ਚਾਹ ਦੀ ਕੇਤਲੀ ਉਬਲ ਉਬਲ ਕੇ ਝੱਲੀ ਹੋ ਗਈ ਸੀ। ਇਸ ਵਿੱਚ ਕੁਝ ਪਾਣੀ ਰਹਿ ਵੀ ਗਿਆ ਏ, ਮੈਂ ਪੁੱਛਿਆ। ਉਸ ਢਕਣਾ ਲਾਇਆ। ਭਾਫਾਂ ਦੇ ਭਬਕੇ ਉੱਠੇ। ਕੇਤਲੀ ਵਿੱਚੋਂ ਅੱਧੇ ਤੋਂ ਵੱਧ ਪਾਣੀ ਉੱਡ ਗਿਆ ਸੀ। ਫੇਰ ਹੁਣ ਚਾਹ ਦੀ ਕੀ ਲੋੜ ਹੈ, ਮੈਂ ਆਖਿਆ। ਮਸਖਰੀ ਕਰਦੇ ਹੋ, ਮੈਂ ਚਾਹ ਬਣਾਉਂਦੀ ਹਾਂ। ਤੇ ਉਸ ਕੇਤਲੀ ਫਿਰ ਰੱਖੀ। ਤੁਸੀਂ ਦਿੱਲੀ ਕਿਉਂ ਨਹੀਂ ਆਉਂਦੇ, ਮੈਂ ਪੁੱਛਿਆ। ਆਖਿਆ ਤਾਂ ਹੈ, ਜੇ ਉੱਥੇ ਕੋਈ ਥਾਂ ਹੈ ਤਾਂ ਮੈਂ ਜ਼ਰੂਰ ਆ ਜਾਵਾਂਗੀ। ਕੁਝ ਮਹੀਨਿਆਂ ਪਿੱਛੋਂ ਅੰਮ੍ਰਿਤਾ ਦਿੱਲੀ ਆ ਗਈ। ਮੈਨੂੰ ਪਤਾ ਲੱਗਿਆ ਕਿ ਉਸ ਦੇ ਪਤੀ ਸਰਦਾਰ ਪ੍ਰੀਤਮ ਸਿੰਘ ਨੂੰ ਸਦਰ ਬਾਜ਼ਾਰ ਵਿੱਚ ਦੁਕਾਨ ਮਿਲ ਗਈ ਸੀ। ਅੰਮ੍ਰਿਤਾ ਨੇ ਰੇਡੀਓ ਉੱਤੇ ਪੰਜਾਬੀ ਪ੍ਰੋਗਰਾਮ ਵਿੱਚ ਕੰਮ ਲੈ ਲਿਆ। ਇਸ ਰੇਖਾ ਚਿੱਤਰ ਦਾ ਅਗਲਾ ਭਾਗ ਅਸੀਂ ਜਲਦ ਹੀ ਲੈ ਕੇ ਆਵਾਂਗੇ। ਤੁਸੀਂ ਸਾਡੇ ਨਾਲ ਜੁੜੇ ਰਹੋ, ਬਣੇ ਰਹੋ। ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਜੀ। ਧੰਨਵਾਦ।